ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸੁਖਮਨ ਮਾਨ, ਸਾਇੰਸ ਮਿਸਟਰਸ ਸ਼ਹੀਦ ਸੁਖਜਿੰਦਰ ਸਿੰਘ ਸਰਕਾਰੀ ਹਾਈ ਸਕੂਲ ਗੰਡੇਵਿੰਦ ਤੱਤਲ, ਜ਼ਿਲ੍ਹਾ ਤਰਨਤਾਰਨ, ਅੱਜ ਦੀ ਇਸ ਕਲਾਸ ਵਿੱਚ ਆਪ ਸਭ ਦਾ ਸਵਾਗਤ ਕਰਦੀ ਹਾਂ। ਪਿਆਰੇ ਵਿਦਿਆਰਥੀਓ, ਆਪਣਾ ਅੱਜ ਦਾ ਵਿਸ਼ਾ ਹੈ ਡਾਇਵਰਸਿਟੀ ਇਨ ਦ ਲਿਵਿੰਗ ਆਰਗੈਨਿਜ਼ਮਸ, ਸੰਜੀਵਾਂ ਵਿੱਚ ਵਿਭਿੰਨਤਾ। ਬੱਚਿਓ, ਤੁਸੀਂ ਕਿਤੇ ਘੁੰਮਣ ਜਾਂਦੇ ਹੋ ਤਾਂ ਤੁਸੀਂ ਆਪਣੇ ਆਸ-ਪਾਸ ਇੱਕ ਗੱਲ ਮਹਿਸੂਸ ਕੀਤੀ ਹੋਣੀ ਹੈ ਕਿ ਉਸ ਇਲਾਕੇ ਵਿੱਚ ਪਾਏ ਜਾਣ ਵਾਲੇ ਜੋ ਜੀਵ ਜੰਤੂ ਹਨ, ਜੋ ਪੇੜ ਪੌਦੇ ਹਨ, ਉਹ ਤੁਹਾਡੇ ਇਲਾਕੇ ਦੇ ਜੀਵ ਜੰਤੂਆਂ ਤੋਂ ਵੱਖਰੇ ਹਨ। ਜਿਵੇਂ ਇੱਥੇ ਰਾਜਸਥਾਨ ਤੇ ਪੰਜਾਬ ਦੀ ਐਗਜ਼ਾਮਪਲ ਲੈ ਰਹੇ ਹਾਂ। ਰਾਜਸਥਾਨ ਤੇ ਪੰਜਾਬ ਵਿੱਚ ਪਾਏ ਜਾਣ ਵਾਲੇ ਪੇੜ ਪੌਦੇ, ਦਰਖਤਾਂ ਦੇ ਵਿੱਚ ਆਪਾਂ ਨੂੰ ਕਾਫੀ ਅੰਤਰ ਦੇਖਣ ਨੂੰ ਮਿਲਦਾ ਹੈ। ਇੱਥੇ ਮੈਂ ਇੱਕ ਹੋਰ ਉਦਾਹਰਨ ਲਵਾਂਗੀ। ਤੁਸੀਂ ਆਪਣੇ ਸਕੂਲ ਦੇ ਇੱਕ ਦੋਸਤ ਬਾਰੇ ਸੋਚੋ। ਤੁਹਾਡੇ ਤੇ ਤੁਹਾਡੇ ਸਕੂਲ ਦੇ ਦੋਸਤ ਦੀ ਸ਼ਕਲ ਨਹੀਂ ਮਿਲਦੀ ਹੋਏਗੀ, ਪਰ ਜੇਕਰ ਮੈਂ ਇਹੀ ਤੁਲਨਾ ਕਿਸੇ ਹੋਰ ਜੀਵ ਨਾਲ ਕਰਾਂ, ਜਿਵੇਂ ਆਪਾਂ ਇੱਥੇ ਤੁਲਨਾ ਬਾਂਦਰ ਨਾਲ ਕਰੀਏ, ਤਾਂ ਤੁਹਾਡੇ ਤੇ ਤੁਹਾਡੇ ਦੋਸਤ ਦੇ ਵਿੱਚ ਜ਼ਿਆਦਾ ਸਮਾਨਤਾਵਾਂ ਹੋਣਗੀਆਂ ਐਜ਼ ਕੰਪੇਅਰ ਟੂ ਕਿਸੇ ਹੋਰ ਆਰਗੈਨਿਜ਼ਮ, ਕੋਈ ਹੋਰ ਜੀਵ ਜੰਤੂ। ਤਾਂ ਬੱਚਿਓ, ਇਸ ਦੁਨੀਆ ਵਿੱਚ ਬਹੁਤ ਪ੍ਰਕਾਰ ਦੇ ਜੀਵ ਜੰਤੂ ਮੌਜੂਦ ਹਨ। ਸਾਇੰਟਿਸਟ ਦੀ ਮੰਨੀਏ ਤਾਂ ਆਪਾਂ ਹਜੇ ਤੱਕ ਸਿਰਫ 20% ਹੀ ਜੀਵ ਜੰਤੂਆਂ ਨੂੰ ਜਾਣ ਪਾਏ ਹਾਂ। 80% ਜੀਵ ਜੰਤੂ ਇਹੋ ਜਿਹੇ ਹਨ ਜਿਨ੍ਹਾਂ ਬਾਰੇ ਆਪਾਂ ਨਹੀਂ ਜਾਣਦੇ। ਤਾਂ ਬੱਚਿਓ, ਇੰਨੇ ਸਾਰੇ ਜੀਵ ਜੰਤੂ ਹੋਣ ਦੇ ਕਾਰਨ ਆਪਾਂ ਉਹਨਾਂ ਦਾ ਵਰਗੀਕਰਨ ਕੀਤਾ, ਆਪਾਂ ਉਹਨਾਂ ਨੂੰ ਅਲੱਗ-ਅਲੱਗ ਗਰੁੱਪਸ ਦੇ ਵਿੱਚ ਪਾਇਆ। ਤਾਂ ਬੱਚਿਓ, ਇੱਥੇ ਪ੍ਰਸ਼ਨ ਉੱਠਦਾ ਹੈ ਕਿ ਸਾਨੂੰ ਵਰਗੀਕਰਨ ਕਰਨ ਦੀ ਲੋੜ ਹੀ ਕਿਉਂ ਪਈ? ਬੱਚਿਓ, ਵਰਗੀਕਰਨ ਇਸ ਲਈ ਜ਼ਰੂਰੀ ਹੈ ਤਾਂ ਜੋ ਆਪਾਂ ਇਹ ਸਾਰੇ ਜੀਵ ਜੰਤੂਆਂ ਨੂੰ ਅਲੱਗ-ਅਲੱਗ ਵਰਗਾਂ ਵਿੱਚ ਵੰਡੀਏ ਤੇ ਉਹਨਾਂ ਨੂੰ ਈਜ਼ੀਲੀ ਸਟੱਡੀ ਕਰ ਸਕੀਏ, ਉਹਨਾਂ ਦੇ ਕਰੈਕਟਰਿਸਟਿਕਸ ਆਪਾਂ ਪੜ੍ਹ ਸਕੀਏ। ਇੱਥੇ ਮੈਂ ਇੱਕ ਐਗਜ਼ਾਮਪਲ ਲੈ ਕੇ ਜਿਵੇਂ ਤੁਹਾਨੂੰ ਸਮਝਾਵਾਂਗੀ ਕਿ ਜਿਵੇਂ ਤੁਸੀਂ ਸਕੂਲ ਵਿੱਚ ਸਾਰੇ ਬੱਚੇ ਹੁੰਦੇ ਹੋ, ਪਰ ਤੁਹਾਨੂੰ ਅਲੱਗ-ਅਲੱਗ ਕਲਾਸ ਦੇ ਵਿੱਚ ਬਿਠਾਇਆ ਜਾਂਦਾ ਹੈ। ਸਾਲ ਬਾਅਦ ਤੁਸੀਂ ਅਗਲੀ ਕਲਾਸ ਦੇ ਵਿੱਚ ਪ੍ਰਮੋਟ ਹੋ ਜਾਂਦੇ ਹੋ। ਅਗਰ ਇਦਾਂ ਨਾ ਕੀਤਾ ਜਾਵੇ ਤਾਂ ਕਿੰਨੀ ਉੱਥੇ ਹੌਸ਼-ਪੌਸ਼ ਮਚੇਗੀ, ਕਿੰਨੀ ਕਨਫਿਊਜ਼ਨ ਕ੍ਰੀਏਟ ਹੋ ਜਾਏਗੀ। ਇਸ ਤਰ੍ਹਾਂ ਜੀਵ ਜੰਤੂ ਜੋ ਹੈ, ਇਹ ਵੱਡੇ ਪੈਮਾਨੇ ਤੇ ਆਪਾਂ ਗੱਲ ਕਰ ਰਹੇ ਹਾਂ, ਉਹ ਤਾਂ ਕਰੋੜਾਂ ਵਿੱਚ ਹਨ। ਇਸ ਲਈ ਉਹਨਾਂ ਦੀ ਸਟੱਡੀ ਨੂੰ ਈਜ਼ੀ ਕਰਨ ਲਈ ਆਪਾਂ ਉਹਨਾਂ ਦਾ ਵਰਗੀਕਰਨ ਕਰਦੇ ਹਾਂ। ਇਸ ਤਰ੍ਹਾਂ ਆਪਾਂ ਨੂੰ ਸਾਰੇ ਜੀਵਾਂ ਦੇ ਲੱਛਣ ਵੀ ਯਾਦ ਨਹੀਂ ਕਰਨੇ ਪੈਂਦੇ। ਅਸੀਂ ਉਸ ਵਰਗ ਦੇ ਕੁਝ ਜੀਵਾਂ ਦੇ ਲੱਛਣ ਦੇਖਦੇ ਹਾਂ, ਉਹਦੇ ਨਾਲ ਆਪਾਂ ਨੂੰ ਸਾਰੇ ਵਰਗ ਦੇ ਜੀਵ ਜੰਤੂਆਂ ਬਾਰੇ ਜਾਣਕਾਰੀ ਮਿਲ ਜਾਂਦੀ ਹੈ। ਤਾਂ ਬੱਚਿਓ, ਸਭ ਤੋਂ ਪਹਿਲਾਂ ਜੋ ਵਰਗੀਕਰਨ ਕੀਤਾ ਸੀ, ਇਹ ਅਰਸਤੂ ਵੱਲੋਂ ਕੀਤਾ ਗਿਆ ਸੀ। ਅਰਸਤੂ ਵੱਲੋਂ ਕੀਤੇ ਗਏ ਇਸ ਵਰਗੀਕਰਨ ਦਾ ਆਧਾਰ ਕੀ ਸੀ? ਇਸ ਦਾ ਆਧਾਰ ਸੀ ਜੀਵਾਂ ਦਾ ਆਵਾਸ ਸਥਾਨ, ਮਤਲਬ ਉਹਨਾਂ ਦਾ ਹੈਬਿਟੈਟ, ਉਹ ਕਿਹੋ ਜਿਹੀ ਜਗ੍ਹਾ ਵਿੱਚ ਰਹਿੰਦੇ ਹਨ। ਤਾਂ ਉਸਨੇ ਇਸ ਦੇ ਆਧਾਰ ਤੇ 3 ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਜੀਵ ਜੰਤੂਆਂ ਨੂੰ ਵੰਡਿਆ ਸੀ। ਉਹ ਸੀ ਜਲ, ਥਲ ਤੇ ਹਵਾ। ਜਲ ਵਿੱਚ ਰਹਿਣ ਵਾਲੇ ਜੀਵ ਜੰਤੂ ਅਲੱਗ ਸ਼੍ਰੇਣੀ ਵਿੱਚ ਸਨ, ਥਲ ਵਿੱਚ ਰਹਿਣ ਵਾਲੇ ਜੀਵ ਜੰਤੂ ਅਲੱਗ ਸ਼੍ਰੇਣੀ ਵਿੱਚ, ਤੇ ਇਸ ਤਰ੍ਹਾਂ ਹਵਾ ਵਾਲਿਆਂ ਦੀ ਇੱਕ ਅਲੱਗ ਗਰੁੱਪ ਸੀ, ਅਲੱਗ ਸ਼੍ਰੇਣੀ ਸੀ। ਪਰ ਕੀ ਇਹ ਵਰਗੀਕਰਨ ਠੀਕ ਸੀ? ਜੇ ਆਪਾਂ ਦੇਖੀਏ ਤਾਂ ਥਲ ਦੇ ਤਾਂ ਇੱਕ ਮਨੁੱਖ ਵੀ ਰਹਿੰਦਾ ਹੈ, ਇੱਕ ਸ਼ੇਰ ਵੀ ਰਹਿੰਦਾ ਹੈ, ਇੱਕ ਹਿਰਨ ਵੀ ਰਹਿੰਦਾ ਹੈ, ਪਰ ਇਹਨਾਂ ਵਿੱਚ ਕਿੰਨੀਆਂ ਕੁ ਸਮਾਨਤਾਵਾਂ ਹਨ। ਉਸੇ ਤਰ੍ਹਾਂ ਅਗਰ ਹਵਾ ਦੀ ਗੱਲ ਕਰੀਏ ਤਾਂ ਹਵਾ ਵਿੱਚ ਪੰਛੀ ਵੀ ਉੱਡਦੇ ਹਨ, ਪਰ ਉਸੇ ਤਰ੍ਹਾਂ ਆਸਟ੍ਰਿਚ ਹੈ। ਆਸਟ੍ਰਿਚ ਵੀ ਇੱਕ ਪੰਛੀ ਹੈ, ਪਰ ਉਹ ਹਵਾ 'ਚ ਉੱਡ ਨਹੀਂ ਪਾਉਂਦਾ। ਤਾਂ ਇਸ ਤਰ੍ਹਾਂ ਇਹ ਵਰਗੀਕਰਨ ਇੰਨਾ ਸਕਸੈਸਫੁਲ ਨਹੀਂ ਹੋ ਸਕਿਆ। ਅੱਜ ਕੱਲ੍ਹ ਆਪਾਂ ਜੋ ਵਰਗੀਕਰਨ ਦਾ ਇਸਤੇਮਾਲ ਕਰ ਰਹੇ ਹਾਂ, ਇਹ ਵਿਟਾਕਰ ਵੱਲੋਂ ਦਿੱਤਾ ਗਿਆ ਵਰਗੀਕਰਨ ਹੈ, ਜਿਸ ਨੂੰ ਆਪਾਂ ਕਹਿੰਦੇ ਹਾਂ 5 ਕਿੰਗਡਮ ਕਲਾਸੀਫਿਕੇਸ਼ਨ। ਇਹ ਕਿਸ ਆਧਾਰ ਤੇ ਕੀਤਾ ਗਿਆ, ਆਪਾਂ ਹੁਣ ਉਹਦੇ ਬਾਰੇ ਗੱਲ ਕਰਦੇ ਹਾਂ। ਵਿਟਾਕਰ ਦਾ 5 ਕਿੰਗਡਮ ਕਲਾਸੀਫਿਕੇਸ਼ਨ ਹੈ, ਉਸਦੇ ਕੀ ਬੇਸਿਸ ਸੀ? ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਆ ਜਾਂਦਾ ਬੱਚਿਓ ਸਰੀਰਕ ਸੰਗਠਨ, ਕਿ ਜੋ ਜੀਵ ਜੰਤੂ ਹਨ, ਕੀ ਇਹ ਇੱਕ ਸੈਲੀ ਜੀਵ ਜੰਤੂ ਹਨ ਜਾਂ ਇਹ ਬਹੁਤ ਸੈਲੀ ਜੀਵ ਜੰਤੂ ਹਨ। ਹੁਣ ਇੱਕ ਸੈਲੀ ਜੀਵ ਜੰਤੂਆਂ ਦੇ ਵਿੱਚ ਕੇਵਲ ਇੱਕ ਹੀ ਸੈੱਲ ਹੁੰਦਾ ਹੈ, ਤੇ ਬਹੁਤ ਸੈਲੀ ਦੇ ਵਿੱਚ ਕਾਫੀ ਸਾਰੇ ਸੈੱਲ ਜੁੜ ਕੇ ਇੱਕ ਜੀਵ ਜੰਤੂ ਨੂੰ ਬਣਾਉਂਦੇ ਹਨ। ਉਸ ਤੋਂ ਅਗਲਾ ਪੈਮਾਨਾ ਆਪਣੇ ਕੋਲ ਆ ਜਾਂਦਾ ਹੈ ਪੋਸ਼ਣ ਦੇ ਤਰੀਕੇ। ਉਹ ਜੋ ਜੀਵ ਜੰਤੂ ਹੈ, ਉਹ ਪੋਸ਼ਣ ਆਪਣਾ ਕਿਸ ਤਰ੍ਹਾਂ ਲੈਂਦਾ ਹੈ? ਉਹ ਸੋਖਣ ਕਰਦਾ ਹੈ ਕਿ ਉਹ ਪ੍ਰਕਾਸ਼ ਸੰਸ਼ਲੇਸ਼ਣ ਕਰ ਰਿਹਾ ਹੈ, ਉਸਦੇ ਭੋਜਨ ਗ੍ਰਹਿਣ ਕਰਨ ਦੀ ਪ੍ਰਤੀਕਿਰਿਆ ਕੀ ਹੈ? ਇਸ ਦੇ ਆਧਾਰ ਤੇ ਆਪਾਂ ਜੀਵ ਜੰਤੂਆਂ ਨੂੰ ਵੰਡਦੇ ਹਾਂ। ਉਸ ਤੋਂ ਬਾਅਦ ਬੱਚੋ ਆਪਣੇ ਕੋਲੇ ਆ ਜਾਂਦੀ ਹੈ ਜੀ ਸੈੱਲ ਸੰਰਚਨਾ। ਸੈੱਲ ਸੰਰਚਨਾ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜੋ ਆਰਗੈਨਿਜ਼ਮ ਹੈ, ਜੋ ਜੀਵ ਜੰਤੂ ਹੈ, ਕਿ ਉਹ ਪ੍ਰੋਕੈਰੀਓਟਿਕ ਹੈ ਕਿ ਯੂਕੈਰੀਓਟਿਕ। ਤਾਂ ਪ੍ਰੋਕੈਰੀਓਟਿਕ ਤੇ ਯੂਕੈਰੀਓਟਿਕ ਸੈੱਲ, ਜਿੱਦਾਂ ਆਪਾਂ ਤੁਸੀਂ ਦੇਖ ਸਕਦੇ ਹੋ ਸਲਾਈਡ ਦੇ ਵਿੱਚ, ਪ੍ਰੋਕੈਰੀਓਟਿਕ ਸੈੱਲ ਮਤਲਬ ਜੋ ਪੁਰਾਣੇ ਟਾਈਮ ਦੇ, ਪ੍ਰਿਮਿਟਿਵ ਟਾਈਮ ਦੇ ਸੈੱਲਸ ਹੁੰਦੇ ਨੇ, ਤੇ ਯੂਕੈਰੀਓਟਿਕ ਮਤਲਬ ਥੋੜੇ ਐਡਵਾਂਸ। ਤਾਂ ਇਹਨਾਂ ਵਿੱਚ ਕੀ ਅੰਤਰ ਹੁੰਦਾ ਹੈ? ਪ੍ਰੋਕੈਰੀਓਟਿਕ ਸੈੱਲਸ ਦੇ ਵਿੱਚ
जो सैल झिल्ली हुंदी है, जो सैल मैंबरेन ਆਪਾਂ ਗੱਲ ਕਰਦੇ ਹਾਂ, ਉਹ ਨਹੀਂ ਹੁੰਦੀ। जो ਉਹਦੇ 'ਚ ਆਪਣੇ ਕੋਲੇ ਨਿਊਕਲੀਅਸ ਹੁੰਦਾ ਹੈ, ਉਹ ਇੰਨੀ ਸਹੀ ਤਰ੍ਹਾਂ ਇੱਕ ਜਗ੍ਹਾ ਤੇ ਕਲਸਟਰਡ ਨਹੀਂ ਹੁੰਦਾ, ਇਕੱਤਰਿਤ ਨਹੀਂ ਹੁੰਦਾ, ਜਦਕਿ ਉਹ ਖਿਲਰਿਆ ਹੋਇਆ ਹੁੰਦਾ ਹੈ। ਆਪਾਂ ਯੂਕੈਰੀਓਟਸ ਵਿੱਚ ਦੇਖੀਏ ਤਾਂ ਜੋ ਨਿਊਕਲੀਅਸ ਹੈ, ਜੋ ਕੇਂਦਰਕ ਹੈ ਸੈੱਲ ਦਾ, ਉਹ ਇੱਕ ਜਗ੍ਹਾ ਤੇ ਪ੍ਰੋਪਰਲੀ ਮੈਂਬਰੇਨ ਬਾਉਂਡ ਹੈ, ਇੱਕ ਜਗ੍ਹਾ ਤੇ ਪਿਆ ਹੋਇਆ ਹੈ। ਤਾਂ ਪ੍ਰੋਕੈਰੀਓਟਿਕ ਹੋ ਗਏ ਜੀ ਪ੍ਰਿਮਿਟਿਵ, ਪੁਰਾਣੇ ਵਾਲੇ। ਯੂਕੈਰੀਓਟਿਕ ਹੁੰਦੇ ਥੋੜੇ ਐਡਵਾਂਸ। ਤਾਂ ਇਸ ਦੇ ਆਧਾਰ ਤੇ ਵੀ ਆਪਾਂ 5 ਕਿੰਗਡਮ ਕਲਾਸੀਫਿਕੇਸ਼ਨ ਦੇ ਵਿੱਚ ਜੀਵਾਂ ਨੂੰ ਵੰਡਦੇ ਹਾਂ। ਤਾਂ ਪ੍ਰੋਕੈਰੀਓਟਿਕ ਦੇ ਵਿੱਚ ਆ ਜਾਂਦਾ ਜੀ ਮੋਨੇਰਾ। ਯੂਕੈਰੀਓਟਿਕ 'ਚ ਆਪਣੇ ਕੋਲੇ ਪ੍ਰੋਟਿਸਟਾ, ਫੰਜਾਈ ਤੇ ਪਲਾਂਟੀ ਤੇ ਐਨੀਮੀਲੀਆ ਕਿੰਗਡਮਸ ਆ ਜਾਂਦੇ ਨੇ। ਜਿੱਦਾਂ ਤੁਹਾਨੂੰ ਮੈਂ ਕਿਹਾ ਕਿ 5 ਕਿੰਗਡਮ ਕਲਾਸੀਫਿਕੇਸ਼ਨ ਹੈ, 5 ਜਗਤ ਬਣਾਈ ਸੀ ਵਿਟਾਕਰ ਨੇ ਇਹਦੇ ਵਿੱਚ। ਉਹ 5 ਜਗਤ ਨੇ, ਜਗਤ ਮੋਨੇਰਾ, ਪ੍ਰੋਟਿਸਟਾ, ਫੰਜਾਈ, ਪਲਾਂਟੇਈ ਤੇ ਐਨੀਮੀਲੀਆ। ਜਿਸ ਤਰ੍ਹਾਂ ਤੁਸੀਂ ਸਲਾਈਡ ਦੇ ਵਿੱਚ ਇੱਥੇ ਦੇਖ ਸਕਦੇ ਹੋ, ਇਹ 5 ਕਿੰਗਡਮਸ ਨੇ, 5 ਜਗਤ ਨੇ। ਹੁਣ ਬੱਚਿਓ ਆਪਾਂ ਅਗਰ ਦੇਖੀਏ, ਇੱਥੇ ਆਪਣੇ ਕੋਲ ਇਸ ਤਸਵੀਰ ਦੇ ਵਿੱਚ ਕਿੰਗਡਮ ਐਨੀਮੀਲੀਆ ਦੇ ਵੱਖ-ਵੱਖ ਜੀਵ ਜੰਤੂ ਦਿਖਾਈ ਦੇ ਰਹੇ ਹਨ। ਇਹਦੇ ਵਿੱਚ ਮੱਛੀਆਂ ਵੀ ਨੇ, ਇਹਦੇ ਵਿੱਚ ਸ਼ੇਰ ਵੀ ਹੈ, ਇਹਦੇ ਵਿੱਚ ਪੰਛੀ ਵੀ ਨੇ। ਹੁਣ ਇੱਕ ਜਲ 'ਚ ਰਹਿ ਰਿਹਾ, ਇੱਕ ਥਲ 'ਚ ਰਹਿ ਰਿਹਾ, ਇੱਕ ਹਵਾ 'ਚ ਉੱਡ ਰਿਹਾ। ਤਾਂ ਇਹਨਾਂ ਤਿੰਨਾਂ ਵਿੱਚ ਵੀ ਬਹੁਤ ਸਾਰੇ ਡਿਫਰੈਂਸਿਸ ਨੇ, ਬਹੁਤ ਸਾਰੇ ਅੰਤਰ ਨੇ। ਤਾਂ ਇਹਨਾਂ ਨੂੰ ਹੋਰ ਬਾਰੀਕੀ ਨਾਲ ਫਿਰ ਆਪਾਂ ਕਲਾਸੀਫਾਈ ਕੀਤਾ, ਇਹਨਾਂ ਦੇ ਹੋਰ ਗਰੁੱਪ ਬਣਾਏ। ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਜੀ ਵਰਗੀਕਰਨ ਸਮੂਹਾਂ ਦਾ ਪਦਕ੍ਰਮ, ਹਾਇਰਾਰਕੀ ਆਫ ਕਲਾਸੀਫਿਕੇਸ਼ਨ। ਬੱਚਿਓ ਹੁਣ ਜਿੱਦਾਂ ਆਪਾਂ ਜਗਤ ਬਾਰੇ ਤਾਂ ਜਾਣਦੇ ਹਾਂ, ਜਿਵੇਂ ਇੱਕ ਐਨੀਮਲ ਕਿੰਗਡਮ ਹੈ, ਉਹਦੇ ਵਿੱਚ ਸਾਰੇ ਐਨੀਮਲਸ ਆ ਜਾਂਦੇ ਨੇ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਉਸ ਤੋਂ ਥੋੜਾ ਛੋਟਾ ਗਰੁੱਪ, ਉਹ ਹੁੰਦਾ ਜੀ ਫਾਈਲਮ, ਫਿਰ ਕਲਾਸ, ਆਰਡਰ, ਫੈਮਿਲੀ, ਜੀਨਸ ਤੇ ਸਪੀਸ਼ੀਜ਼। ਹੁਣ ਇਹਨੂੰ ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਸਕੂਲ ਦੇ ਵਿੱਚ ਸਾਰੇ ਬੱਚੇ ਆਉਂਦੇ ਹਨ, ਤਾਂ ਉਹ ਸਾਰੇ ਸਟੂਡੈਂਟਸ ਹੋ ਗਏ, ਆਪਾਂ ਕਿੰਗਡਮ ਮੰਨ ਕੇ ਚੱਲਦੇ ਹਾਂ ਇੱਕ ਤਰ੍ਹਾਂ, ਇਟਸ ਜਸਟ ਐਨ ਐਗਜ਼ਾਮਪਲ। ਤਾਂ ਉਸ ਤੋਂ ਬਾਅਦ ਹਰ ਇੱਕ ਬੱਚੇ ਦੀ ਆਪਣੀ ਆਪਣੀ ਕਲਾਸ ਹੁੰਦੀ ਹੈ। ਕੋਈ ਬੱਚਾ 10th ਕਲਾਸ ਵਿੱਚ ਹੈ, ਕੋਈ 9th ਕਲਾਸ ਵਿੱਚ ਹੈ। ਉਸ ਵਾਰ ਬੱਚਿਆਂ ਦੀ ਕਲਾਸਿਸ ਆ ਗਈਆਂ। ਕਲਾਸ ਤੋਂ ਬਾਅਦ ਅੱਗੇ ਤੁਹਾਡੇ ਸੈਕਸ਼ਨ ਹੁੰਦੇ ਨੇ, ਅਗਰ 9th A ਹੈ, ਕੋਈ 9th B ਵਿੱਚ ਹੈ, ਕੋਈ 9th C ਵਿੱਚ ਹੈ, ਠੀਕ ਹੈ। ਇਹ ਹੋ ਗਈ ਤੁਹਾਡੀ ਕਲਾਸ। ਉਸ ਤੋਂ ਬਾਅਦ ਕਲਾਸ ਦੇ ਵਿੱਚ ਕੁਝ ਲੜਕੇ ਹੋ ਸਕਦੇ ਹਨ, ਕੁਝ ਲੜਕੀਆਂ। ਜੈਂਡਰ ਦੇ ਆਧਾਰ ਤੇ ਆਪਾਂ ਵੰਡ ਸਕਦੇ ਹਾਂ ਵੀ ਗਰਲਸ ਨੇ, ਇਹ ਬॉयਜ਼ ਨੇ, ਠੀਕ ਹੈ। ਉਸ ਤੋਂ ਬਾਅਦ ਤੁਹਾਡਾ ਇੱਕ ਅਲੱਗ ਨਾਮ ਹੋਵੇਗਾ, ਤਾਂ ਤੁਹਾਨੂੰ ਜਿਵੇਂ ਦੱਸਣਾ ਹੋਵੇ ਤੁਹਾਡੇ ਨਾਮ ਤੋਂ, ਤੁਹਾਡੀ ਸੈਕਸ਼ਨ ਤੋਂ, ਤੁਹਾਡੀ ਕਲਾਸ ਤੋਂ, ਤੇ ਫਿਰ ਤੁਹਾਡੇ ਸਕੂਲ ਤੋਂ ਆਪਾਂ ਇਸ ਤਰ੍ਹਾਂ ਦੱਸ ਸਕਦੇ ਹਾਂ। ਉਸੇ ਤਰ੍ਹਾਂ ਜੀਵ ਜੰਤੂਆਂ ਵਿੱਚ ਹੁੰਦਾ ਹੈ। ਸਭ ਤੋਂ ਛੋਟੀ ਹੁੰਦੀ ਜੀ ਸਪੀਸ਼ੀਜ਼, ਜਿਵੇਂ ਇਨਸਾਨਾਂ ਦੀ ਗੱਲ ਕਰਦੇ ਹਾਂ ਤਾਂ ਆਪਾਂ ਹੋਮੋਸੇਪੀਅਨਸ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲੇ ਜੀਨਸ। ਇਹਦੇ ਵਿੱਚ ਥੋੜੇ ਜਿਹੇ ਇੱਕੋ ਜਿਹੇ ਆਉਣ ਵਾਲੇ ਜੀਵ ਜੰਤੂ ਆ ਜਾਂਦੇ ਹਨ, ਜਿਵੇਂ ਆਪਣੇ ਇਨਸਾਨਾਂ ਦੇ ਨਾਲ ਮਿਲਣ ਵਾਲੇ ਜੀਵ ਜੰਤੂ ਹਨ, ਏਪਸ, ਚਿੰਪੈਂਜ਼ੀਜ਼, ਇਹ ਆਪਣੇ ਜੀਨਸ ਵਿੱਚ ਆ ਜਾਣਗੇ। ਫਿਰ ਆ ਜਾਂਦੀ ਹੈ ਜੀ ਫੈਮਿਲੀ। ਉਸ ਤੋਂ ਥੋੜਾ ਉੱਪਰ ਹੁੰਦਾ ਹੈ ਆਰਡਰ, ਉਸ ਤੋਂ ਉੱਪਰ ਕਲਾਸ, ਫਿਰ ਫਾਈਲਮ ਤੇ ਫਿਰ ਕਿੰਗਡਮ। ਹੁਣ ਤੁਸੀਂ ਦੇਖ ਰਹੇ ਹੋ ਫਾਈਲਮ ਦੇ ਨਾਲ ਮੈਂ ਡਿਵੀਜ਼ਨ ਲਿਖਿਆ ਹੋਇਆ ਹੈ। ਤਾਂ ਫਾਈਲਮ ਹੁੰਦਾ ਹੈ ਜੋ ਜੀਵ ਜੰਤੂਆਂ ਲਈ ਆਪਾਂ ਐਨੀਮਲਸ ਲਈ ਵਰਤਦੇ ਹਾਂ, ਤੇ ਜੋ ਡਿਵੀਜ਼ਨ ਹੈ ਉਹ ਪਲਾਂਟਸ ਲਈ ਯੂਜ਼ ਕੀਤਾ ਜਾਂਦਾ ਹੈ। ਅਗਰ ਮੈਂ ਡਿਵੀਜ਼ਨ ਕਵਾਂਗੀ ਤਾਂ ਮਤਲਬ ਮੈਂ ਪਲਾਂਟਸ ਦੀ ਗੱਲ ਕਰ ਰਹੀ ਹਾਂ, ਠੀਕ ਹੈ ਬੱਚਿਓ। ਆਈ ਹੋਪ ਤੁਹਾਨੂੰ ਸਮਝ ਆ ਰਹੀ ਹੈ। ਤਾਂ ਹੁਣ ਬੱਚਿਓ ਸਭ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲੇ ਜਗਤ ਦੀ ਗੱਲ ਕਰਦੇ ਹਾਂ, ਜੋ ਆਪਣੇ ਕੋਲ ਹੈ ਜੀ ਜਗਤ ਮੋਨੇਰਾ। ਮੋਨੇਰਾ ਜੋ ਹੈ ਇਹ ਪ੍ਰੋਕੈਰੀਓਟਿਕ ਹੈ। ਪ੍ਰੋਕੈਰੀਓਟਿਕ ਮਤਲਬ ਪ੍ਰਿਮਿਟਿਵ। ਇਹ ਪ੍ਰਿਮਿਟਿਵ ਆਰਗੈਨਿਜ਼ਮ ਹੈ। ਇਹ ਇੱਕ ਸੈਲੀ ਹੁੰਦਾ ਹੈ, ਮਤਲਬ ਇੱਕ ਸੈੱਲ ਹੀ ਇਸ ਦੀ ਬੋਡੀ ਬਣਾਉਂਦਾ ਹੈ। ਜੋ ਇਹਦੇ ਵਿੱਚ ਪੋਸ਼ਣ ਪਾਇਆ ਜਾਂਦਾ ਹੈ ਉਹ ਹੁੰਦਾ ਜੀ ਸਵੈ-ਪੋਸ਼ੀ ਜਾਂ ਪਰਪੋਸ਼ੀ। ਸਵੈ-ਪੋਸ਼ੀ ਮਤਲਬ ਇਹ ਆਪਣਾ ਖਾਣਾ ਖੁਦ ਬਣਾਉਂਦੇ ਹਨ, ਪਰਪੋਸ਼ੀ ਕਿਤੋਂ ਹੋਰੋਂ ਲੈਂਦੇ ਹਨ, ਬਾਹਰੋਂ ਲੈਂਦੇ ਹਨ। ਤਾਂ ਇਹ ਸਵੈ-ਪੋਸ਼ੀ ਵੀ ਹੋ ਸਕਦੇ ਹਨ, ਇਹ ਪਰਪੋਸ਼ੀ ਵੀ ਹੋ ਸਕਦੇ ਹਨ। ਇਹ ਹਰ ਜਗ੍ਹਾ ਮੌਜੂਦ ਹੁੰਦੇ ਹਨ। ਇਸ ਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਕਿ ਇਹ ਗਰਮ ਤੋਂ ਗਰਮ ਜਗ੍ਹਾ ਵੀ ਮਿਲ ਸਕਦੇ ਹਨ ਤੇ ਠੰਡੀ ਤੋਂ ਠੰਡੀ ਜਗ੍ਹਾ ਵਿੱਚ ਵੀ ਆਪਾਂ ਨੂੰ ਮੋਨੇਰਾ ਜਗਤ ਦੇ ਜੋ ਜੀਵ ਜੰਤੂ ਹੈ ਮਿਲਦੇ ਹਨ। ਐਗਜ਼ਾਮਪਲ ਬੱਚੋ ਇਹਦੇ ਵਿੱਚ ਆਪਣੇ ਕੋਲ ਆ ਜਾਂਦੀ ਹੈ ਬੈਕਟੀਰੀਆ, ਐਨਾਬੀਨਾ, ਸਾਈਨੋਬੈਕਟੀਰੀਆ, ਜਿਹਨੂੰ ਆਪਾਂ ਹਰੀ ਜਾਂ ਨੀਲੀ ਕਾਈ ਵੀ ਕਹਿੰਦੇ ਹਾਂ। ਇਹ ਹੈ ਬੱਚੋ ਆਪਣੇ ਕੋਲ ਜਗਤ ਮੋਨੇਰਾ। ਇਹ ਸਭ ਤੋਂ ਪੁਰਾਣਾ ਜਗਤ ਹੈ, ਸਭ ਤੋਂ ਪੁਰਾਣੇ ਆਰਗੈਨਿਜ਼ਮ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਹਨ। ਅੱਗੇ ਆਪਣੇ ਕੋਲ ਬੱਚਿਓ ਆ ਜਾਂਦਾ ਹੈ ਜਗਤ ਪ੍ਰੋਟਿਸਟਾ। ਪ੍ਰੋਟਿਸਟਾ ਜਗਤ ਜੋ ਹੈ ਇਹ ਇੱਕ ਯੂਕੈਰੀਓਟ ਹੈ। ਪਿੱਛੇ ਆਪਾਂ ਪ੍ਰੋਕੈਰੀਓਟ ਦੇਖਿਆ ਸੀ, ਹੁਣ ਆਪਾਂ ਯੂਕੈਰੀਓਟ ਵਿੱਚ ਆ ਗਏ ਹਾਂ। ਇੱਥੇ ਜੋ ਨਿਊਕਲੀਅਸ ਹੈ, ਜੋ ਸੈੱਲ ਕੇਂਦਰਕ ਹੈ, ਉਹ ਕੰਸਨਟ੍ਰੇਟਡ ਹੁੰਦਾ ਇੱਕ ਜਗ੍ਹਾ ਦੇ ਉੱਪਰ। ਤਾਂ ਯੂਕੈਰੀਓਟਿਕ ਸੈੱਲ ਹੈ ਇਹ ਸਿੰਗਲ ਸੈੱਲਡ ਹੁੰਦਾ ਹੈ। ਇਹ ਵੀ ਮੋਨੇਰਾ ਦੇ ਵਾਂਗੂ ਸਿੰਗਲ ਸੈੱਲਡ ਹੈ, ਯਾਨੀ ਕਿ ਇਹਦੇ ਵਿੱਚ ਇੱਕ ਸਿੰਗਲ ਸੈੱਲ ਹੈ, ਇੱਕ ਸੈੱਲ ਹੀ ਹੈ।
ਇਹਦੇ ਵਿੱਚ ਵੀ ਪੋਸ਼ਣ ਜੋ ਹੈ ਸਵੈ ਪੋਸ਼ੀ ਜਾਂ ਪਰਪੋਸ਼ੀ ਹੁੰਦਾ ਹੈ, ਆਟੋਟ੍ਰੋਫਿਕ ਔਰ ਹੈਟਰੋਟ੍ਰੋਫਿਕ। ਪਰ ਇਸ ਵਿੱਚ ਗਤੀ ਪੈਦਾ ਕਰਨ ਵਾਲੇ ਅੰਗ ਹੁੰਦੇ ਹਨ। ਗਤੀ ਪੈਦਾ ਕਰਨ ਵਾਲੇ ਅੰਗਾਂ ਤੋਂ ਭਾਵ ਹੈ ਉਹ ਅੰਗ ਜੋ ਇਸ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਵਿੱਚ ਮਦਦ ਕਰਦੇ ਹਨ। ਜਿਵੇਂ ਤੁਸੀਂ ਪੁਰਾਣੀਆਂ ਕਲਾਸਿਸ ਦੇ ਵਿੱਚ ਪੜ੍ਹਿਆ ਹੋਵੇਗਾ ਕਿ ਅਮੀਬਾ ਦੇ ਵਿੱਚ ਸੂਡੋਪੋਡੀਆ ਹੁੰਦਾ ਹੈ, ਫਾਲਸ ਫੀਟ, ਨਕਲੀ ਪੈਰ, ਉਹਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ 'ਚ ਮਦਦ ਕਰਦੇ ਹਨ। ਉਸੇ ਤਰ੍ਹਾਂ ਪੈਰਾਮੀਸ਼ੀਅਮ ਦੇ ਵਿੱਚ ਵੀ ਆਪਣੇ ਕੋਲ ਛੋਟੇ ਛੋਟੇ ਉਹਦੇ ਆਸ-ਪਾਸ ਫਲੈਜੂਲਾ ਟਾਈਪ ਦੇ ਬਣੇ ਹੁੰਦੇ ਹਨ ਜੋ ਉਸਨੂੰ ਟਰੈਵਲ ਕਰਨ ਵਿੱਚ ਹੈਲਪ ਕਰਦੇ ਹਨ। ਤਾਂ ਇਸ ਦੀਆਂ ਉਦਾਹਰਨਾਂ ਕੀ ਨੇ? ਆਪਣੇ ਕੋਲ ਅਮੀਬਾ ਹੋ ਗਿਆ, ਪੈਰਾਮੀਸ਼ੀਅਮ ਹੋ ਗਿਆ। ਠੀਕ ਹੈ ਬੱਚੋ, ਇਹ ਸੀ ਜਗਤ ਪ੍ਰੋਟਿਸਟਾ। ਅੱਗੇ ਆਪਣੇ ਕੋਲੇ ਬੱਚੋ ਆ ਜਾਂਦਾ ਹੈ ਜੀ ਜਗਤ ਫੰਜਾਈ, ਜਿਹਨੂੰ ਆਪਾਂ ਕਿੰਗਡਮ ਫੰਜਾਈ ਵੀ ਕਹਿੰਦੇ ਹਾਂ। ਤਾਂ ਫੰਜਾਈ ਨੂੰ ਆਪਾਂ ਉੱਲੀ ਦੇ ਨਾਮ ਨਾਲ ਵੀ ਜਾਣਦੇ ਹਾਂ। ਫੰਜਾਈ ਵੀ ਇੱਕ ਯੂਕੈਰੀਓਟਿਕ ਸੈੱਲ ਹੈ। ਇਹਦੇ ਵਿੱਚ ਆਪਾਂ ਨੂੰ ਜੋ ਆਰਗੈਨਿਜ਼ਮ, ਜੋ ਜੀਵ ਜੰਤੂ ਮਿਲਦੇ ਹਨ ਉਹ ਇੱਕ ਸੈਲੀ ਜਾਂ ਬਹੁਤ ਸੈਲੀ ਹੋ ਸਕਦੇ ਹਨ। ਮਤਲਬ ਇਹਦੇ ਵਿੱਚ ਇੱਕ ਸੈਲੀ ਵੀ ਹੋ ਸਕਦੇ ਹੈ, ਇੱਦਾਂ ਵੀ ਹੋ ਸਕਦਾ ਹੈ ਕਿ ਜੋ ਆਪਣੇ ਕੋਲ ਆਰਗੈਨਿਜ਼ਮ ਹੈ ਉਹ ਬਹੁਤ ਸੈਲੀ ਹੋਵੇ, ਜ਼ਿਆਦਾ ਸੈੱਲਾਂ ਤੋਂ ਬਣਿਆ ਹੋਵੇ। ਜੋ ਇਸ ਵਿੱਚ ਭੋਜਨ ਬਣਦਾ ਹੈ ਉਹ ਇਹ ਪੋਸ਼ਣ ਪਰਪੋਸ਼ੀ ਤੌਰ ਤੇ ਲੈਂਦੇ ਹਨ। ਇਹ ਗਲੇ ਸੜੇ ਕਾਰਬੋਨਿਕ ਮਤਲਬ ਜੋ ਆਪਣੇ ਕੋਲੇ ਆਰਗੈਨਿਕ ਪ੍ਰੋਡਕਟਸ ਹੁੰਦੇ ਆ, ਗਲੇ ਸੜੇ ਆਰਗੈਨਿਕ ਪ੍ਰੋਡਕਟਸ ਨੂੰ ਆਪਣੇ ਭੋਜਨ ਦੇ ਤੌਰ ਤੇ ਵਰਤਦੇ ਹਨ। ਇਸ ਲਈ ਇਹਨਾਂ ਨੂੰ ਆਪਾਂ ਮ੍ਰਿਤ ਜੀਵੀ ਕਹਿੰਦੇ ਹਾਂ, ਜਾਂ ਫਿਰ ਇੰਗਲਿਸ਼ ਵਿੱਚ ਗੱਲ ਕਰੀਏ ਤਾਂ ਸੈਪਰੋਫਾਈਟਸ, ਵੀ ਕਾਲ them ਸੈਪਰੋਫਾਈਟਸ। ਬੱਚੋ ਇਹਦੀ ਆਪਣੇ ਕੋਲ ਐਗਜ਼ਾਮਪਲ ਆ ਜਾਂਦੀ ਹੈ ਪੈਨਸੀਲੀਅਮ ਤੇ ਯੀਸਟ। ਆਪਾਂ ਜਦੋਂ ਉੱਲੀ ਦੀ ਗੱਲ ਕਰਦੇ ਹਾਂ ਤਾਂ ਆਪਣੇ ਦਿਮਾਗ ਵਿੱਚ ਅਕਸਰ ਇਹ ਏਦਾਂ ਆਉਂਦਾ ਕਿ ਇਹ ਨੁਕਸਾਨਦਾਇਕ ਹੈ, ਪਰ ਨਹੀਂ ਬੱਚਿਓ, ਜੋ ਆਪਣੇ ਕੋਲੇ ਫੰਜਾਈ ਹੈ ਇਹ ਆਪਾਂ ਨੂੰ ਲਾਭਦਾਇਕ ਵੀ ਹੁੰਦਾ ਹੈ। ਜਿਵੇਂ ਤੁਸੀਂ ਇੱਥੇ ਨਾਮ ਪੜ੍ਹ ਰਹੇ ਹੋ ਪੈਨਸੀਲੀਅਮ, ਇਹ ਇੱਕ ਐਂਟੀਬਾਇਓਟਿਕ ਹੈ। ਇਹ ਬਹੁਤ ਸਾਰੀਆਂ ਬਿਮਾਰੀਆਂ ਨੂੰ ਟ੍ਰੀਟ ਕਰਨ ਵਿੱਚ ਆਪਣੀ ਮਦਦ ਕਰਦਾ ਹੈ। ਇਸੇ ਤਰ੍ਹਾਂ ਇਹਦੇ ਵਿੱਚ ਕਾਫੀ ਸਾਰੀਆਂ ਇਹੋ ਜਿਹੀਆਂ ਉੱਲੀਆਂ ਹੁੰਦੀਆਂ ਹਨ ਜੋ ਆਪਾਂ ਨੂੰ ਭੋਜਨ ਪ੍ਰਦਾਨ ਕਰਦੀਆਂ ਹਨ, ਜੋ ਆਪਣੇ ਖਾਣ ਦੇ ਵੀ ਕੰਮ ਆਉਂਦੀਆਂ ਹਨ। ਤਾਂ ਅਗਲਾ ਜਗਤ ਬੱਚੋ ਆ ਜਾਂਦਾ ਆਪਣੇ ਕੋਲੇ ਜਗਤ ਪਲਾਂਟੀ। ਇਹਦੇ ਵਿੱਚ ਬੱਚੋ ਆਪਾਂ ਪਲਾਂਟਸ ਦੀ ਗੱਲ ਕਰਦੇ ਹਾਂ। ਇਹ ਯੂਕੈਰੀਓਟਿਕ ਹੁੰਦਾ ਹੈ, ਇਹ ਬਹੁਤ ਸੈਲੀ ਹੁੰਦਾ ਹੈ, ਯਾਨੀ ਕਿ ਇਹ ਬਹੁਤ ਸਾਰੇ ਸੈਲਸ ਨੂੰ ਜੋੜ ਕੇ ਬਣਿਆ ਹੁੰਦਾ ਹੈ। ਜਗਤ ਪਲਾਂਟੀ ਦੇ ਵਿੱਚ ਜੋ ਆਪਣੇ ਕੋਲੇ ਪੋਸ਼ਣ ਹੁੰਦਾ ਹੈ ਉਹ ਸਵੈ ਪੋਸ਼ੀ ਹੁੰਦਾ ਹੈ। ਸਵੈ ਪੋਸ਼ੀ ਤੋਂ ਭਾਵ ਹੈ ਕਿ ਇਹ ਕਲੋਰੋਫਿਲ ਦੀ ਮਦਦ ਨਾਲ ਫੋਟੋਸਿੰਥੇਸਿਸ ਕਰਕੇ, ਪ੍ਰਕਾਸ਼ ਸੰਸ਼ਲੇਸ਼ਣ ਕਰਕੇ ਜੋ ਇਹ ਪੇੜ ਪੌਦੇ ਹਨ ਇਹ ਆਪਣਾ ਖਾਣਾ ਆਪ ਬਣਾਉਂਦੇ ਹਨ, ਤਾਂ ਇਹ ਸਵੈ ਪੋਸ਼ੀ ਹਨ। ਤਾਂ ਬੱਚਿਓ, ਪਲਾਂਟੇ ਕਿੰਗਡਮ ਨੂੰ ਹੋਰ ਬਾਰੀਕੀ ਨਾਲ ਜਾਣਨ ਲਈ ਆਪਾਂ ਇਸ ਦੀਆਂ 5 ਡਿਵੀਜ਼ਨਸ ਦੀ ਸਟੱਡੀ ਕਰਾਂਗੇ। ਹਾਂਜੀ ਬੱਚਿਓ, ਕਿੰਗਡਮ ਪਲਾਂਟੇ ਨੂੰ 5 ਡਿਵੀਜ਼ਨਸ ਵਿੱਚ ਅੱਗੇ ਵੰਡਿਆ ਗਿਆ ਹੈ। ਇਹ ਡਿਵੀਜ਼ਨਸ ਹਨ ਥੈਲੋਫਾਈਟਾ, ਬ੍ਰਾਇਓਫਾਈਟਾ, ਟੈਰੀਡੋਫਾਈਟਾ, ਜਿਮਨੋਸਪਰਮਸ ਅਤੇ ਐਂਜੀਓਸਪਰਮਸ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਥੈਲੋਫਾਈਟਾ ਬਾਰੇ। ਤਾਂ ਥੈਲੋਫਾਈਟਾ ਬੱਚਿਓ ਸਭ ਤੋਂ ਪੁਰਾਣਾ, ਸਭ ਤੋਂ ਪ੍ਰਿਮਿਟਿਵ ਜੋ ਪਲਾਂਟਸ ਨੇ ਉਹ ਆਪਾਂ ਨੂੰ ਥੈਲੋਫਾਈਟਾ ਵਿੱਚ ਮਿਲਦੇ ਹਨ। ਇਸ ਵਿੱਚ ਜ਼ਿਆਦਾਤਰ ਕਾਈਆਂ ਆਉਂਦੀਆਂ ਹਨ। ਇਸ ਵਿੱਚ ਬੱਚਿਓ ਜੋ ਸਰੀਰ ਸੰਰਚਨਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਇਸ ਵਿੱਚ ਕੋਈ ਵਿਭੇਦਨ ਨਹੀਂ ਹੁੰਦਾ, ਯਾਨੀ ਕਿ ਤੁਸੀਂ ਥੈਲੋਫਾਈਟਾ ਦੇ ਵਿੱਚ ਮੌਜੂਦ ਪਲਾਂਟਸ ਨੂੰ ਈਜ਼ੀਲੀ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਕਿ ਉਸਦੇ ਰੂਟਸ, ਉਸਦੇ ਲੀਵਸ, ਉਸਦੇ ਸਟੈਮ ਕਿਹੜੀ ਹੈ। ਤਾਂ ਉਸ ਪਲਾਂਟ ਦੀ ਬੋਡੀ ਨੂੰ ਡਿਫਰੈਂਸ਼ੀਏਟ ਕਰਨਾ ਪੋਸੀਬਲ ਨਹੀਂ ਹੁੰਦਾ। ਇਸ ਦਾ ਜੋ ਆਵਾਸ ਹੈ, ਜੋ ਹੈਬੀਟੈਟ ਹੈ ਉਹ ਪਾਣੀ ਹੁੰਦਾ ਹੈ। ਇਹ ਆਪਾਂ ਨੂੰ ਅਕਸਰ ਪਾਣੀ ਵਿੱਚ ਦੇਖਣ ਨੂੰ ਮਿਲਦੇ ਹਨ। ਇਸ ਦੇ ਬੱਚੋ ਆਪਣੇ ਕੋਲ ਐਗਜ਼ਾਮਪਲਸ ਆ ਜਾਂਦੀਆਂ ਨੇ ਸਪਾਇਰੋਗੈਰਾ ਤੇ ਬਾਕੀ ਸਾਰੇ ਐਲਗੇਸ। ਨੈਕਸਟ ਡਿਵੀਜ਼ਨ ਆਪਣੇ ਕੋਲੇ ਬੱਚੇ ਜੋ ਹੈ ਉਹ ਹੈ ਬ੍ਰਾਇਓਫਾਈਟਾ। ਬ੍ਰਾਇਓਫਾਈਟਾ ਹੈ ਜੋ ਇਹ ਥੈਲੋਫਾਈਟਾ ਨਾਲੋਂ ਥੋੜਾ ਐਡਵਾਂਸ ਪਲਾਂਟਸ ਦੇ ਵਿੱਚ ਆ ਜਾਂਦੇ ਨੇ। ਇਸ ਨੂੰ ਆਪਾਂ ਪੌਦਾ ਜਗਤ ਦੇ ਜਲ ਥਲੀ, ਐਮਫੀਬੀਅਨਸ ਆਫ ਪਲਾਂਟ ਕਿੰਗਡਮ ਵੀ ਕਹਿੰਦੇ ਹਾਂ। ਇਸ ਵਿੱਚ ਜੋ ਪਲਾਂਟ ਦੀ ਬੋਡੀ ਹੁੰਦੀ ਹੈ ਉਸਨੂੰ ਆਪਾਂ ਵਿਭਾਜਿਤ ਕਰ ਸਕਦੇ ਹਾਂ ਤਣੇ ਅਤੇ ਪੌਦਿਆਂ ਦੇ ਵਿੱਚ। ਪਰ ਇਸ ਵਿੱਚ ਬੱਚਿਓ ਕੋਈ ਵਹਿਣੀ ਟਿਸ਼ੂ ਨਹੀਂ ਹੁੰਦਾ। ਇਸ ਵਿੱਚ ਕੋਈ ਜ਼ਾਈਲਮ, ਫਲੋਇਮ ਨਹੀਂ ਹੁੰਦਾ, ਵੈਸਕੂਲਰ ਟਿਸ਼ੂਜ਼ ਇਹਦੇ 'ਚ ਨਹੀਂ ਹੁੰਦੇ। ਇਹਦੇ 'ਚ ਆਪਣੇ ਕੋਲ ਐਗਜ਼ਾਮਪਲਸ ਆ ਜਾਂਦੀਆਂ ਨੇ ਜਿਵੇਂ ਮੌਸ ਤੇ ਮਾਰਸ਼ੈਂਟੀਆ। ਤੁਸੀਂ ਉਹਨਾਂ ਦੀਆਂ ਤਸਵੀਰਾਂ ਸਕਰੀਨ ਤੇ ਦੇਖ ਸਕਦੇ ਹੋ। ਨੈਕਸਟ ਆਪਣੇ ਕੋਲ ਰਾਜੇ ਆ ਜਾਂਦਾ ਹੈ ਜੀ ਟੈਰੀਡੋਫਾਈਟਾ। ਟੈਰੀਡੋਫਾਈਟਾ, ਇਸ ਵਿੱਚ ਰਾਜੇ ਜੋ ਸਰੀਰਕ ਸੰਰਚਨਾ ਹੈ ਉਹ ਜੜ, ਤਣੇ ਅਤੇ ਪੱਤਿਆਂ ਵਿੱਚ ਜੋ ਪੌਦਾ ਹੈ ਉਸਨੂੰ ਵਿਭਾਜਿਤ ਕੀਤਾ ਜਾ ਸਕਦਾ ਹੈ। ਇਸ ਵਿੱਚ ਵਹਿਣੀ ਟਿਸ਼ੂ ਮੌਜੂਦ ਹੁੰਦੇ ਹਨ।
ਤਾਂ ਤੁਹਾਨੂੰ ਜੇਕਰ ਪ੍ਰਸ਼ਨ ਪੁੱਛਿਆ ਜਾਵੇ ਕਿ ਪਲਾਂਟ ਕਿੰਗਡਮ ਦੀ ਕਿਹੜੀ ਡਿਵੀਜ਼ਨ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਵੈਨੀ ਟਿਸ਼ੂ ਪਾਏ ਗਏ, ਤਾਂ ਉਹ ਟੈਰੀਡੋਫਾਈਟਾ ਹੈ। ਟੈਰੀਡੋਫਾਈਟਾ is the first division in which you can see xylem and phloem। ਤੇ ਇਸ ਦੀਆਂ ਆਪਣੇ ਕੋਲ ਐਗਜ਼ਾਮਪਲਸ ਆ ਜਾਂਦੀਆਂ ਨੇ ਮਾਰਸੀਲੀਆ ਐਂਡ ਫਰਨਸ। ਇਸ ਦੇ ਪਿਕਚਰਸ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ। ਅਗਲਾ ਰਾਜੇ ਆਪਣੇ ਕੋਲ ਆ ਜਾਂਦਾ ਹੈ ਜੀ ਜਿਮਨੋਸਪਰਮਸ। ਜਿਮਨੋਸਪਰਮ ਜੋ ਹੈ ਇਹ ਸ਼ਬਦ ਗ੍ਰੀਕ ਭਾਸ਼ਾ ਦੇ ਦੋ ਸ਼ਬਦਾਂ ਤੋਂ ਉਤਪੰਨ ਹੋਇਆ ਹੈ। ਜਿਮਨੋ ਤੋਂ ਭਾਵ ਹੈ ਜੀ ਨੰਗਾ ਜਾਂ ਅਣਢਕਿਆ, ਤੇ ਸਪਰਮ ਤੋਂ ਭਾਵ ਹੈ ਬੀਜ। ਤਾਂ ਜਿਮਨੋਸਪਰਮ ਤੋਂ ਭਾਵ ਹੋਇਆ ਅਣਢਕੇ ਹੋਏ, ਅਣਕਜੇ ਹੋਏ ਬੀਜ। ਜਿਮਨੋਸਪਰਮ ਵਿੱਚ ਜੋ ਪੌਦੇ ਆਉਂਦੇ ਹਨ ਉਸਦੇ ਜੋ ਬੀਜ ਹੁੰਦੇ ਹਨ ਉਹ ਕਵਰਡ ਨਹੀਂ ਹੁੰਦੇ। ਇਸ ਵਿੱਚ ਵੈਨੀ ਟਿਸ਼ੂ ਮੌਜੂਦ ਹੁੰਦੇ ਹਨ। ਇਸ ਵਿੱਚ ਆਪਾਂ ਜੜ, ਤਣੇ ਅਤੇ ਪੱਤਿਆਂ ਨੂੰ ਈਜ਼ੀਲੀ ਵਿਭਾਜਿਤ ਕਰ ਸਕਦੇ ਹਾਂ, ਈਜ਼ੀਲੀ ਡਿਫਰੈਂਸ਼ੀਏਟ ਕਰ ਸਕਦੇ ਹਾਂ। ਜੇਕਰ ਤੁਸੀਂ ਇੱਥੇ ਦਿੱਤੀ ਹੋਈ ਫੋਟੋਗ੍ਰਾਫ ਵਿੱਚ ਦੇਖੋ ਤਾਂ ਜੋ ਦੋ ਐਗਜ਼ਾਮਪਲਸ ਆਪਾਂ ਲਈਆਂ ਨੇ ਸਾਈਕਸ ਦੀ ਤੇ ਪਾਈਨ ਦੀ, ਇਸ ਵਿੱਚ ਆਪਾਂ ਦੇਖਦੇ ਹਾਂ ਕਿ ਜੋ ਇਸ ਵਿੱਚ ਪੱਤੀਆਂ ਹੁੰਦੀਆਂ ਹਨ ਇਹ ਪੱਤੀਆਂ ਤਿੱਖੀਆਂ ਨੇ। ਤਾਂ ਜਿਮਨੋਸਪਰਮ ਵਿੱਚ ਅਕਸਰ ਜੋ ਪੌਦਿਆਂ ਦੀਆਂ ਪੱਤੀਆਂ ਹੁੰਦੀਆਂ ਨੇ ਉਹ ਤਿੱਖੀਆਂ ਪਾਈਆਂ ਜਾਂਦੀਆਂ ਨੇ। ਐਗਜ਼ਾਮਪਲਸ ਹੁੰਦੀਆਂ ਇਹਦੀਆਂ ਪਾਈਨ, ਦਿਓਦਾਰ ਐਂਡ ਸਾਈਕਸ। ਲਾਸਟ ਡਿਵੀਜ਼ਨ ਰਾਜੇ ਆਪਣੇ ਕੋਲ ਆ ਜਾਂਦੀ ਹੈ ਉਹ ਹੈ ਜਿਮਨੋਸਪਰਮਸ ਤੋਂ ਬਾਅਦ ਐਂਜੀਓਸਪਰਮਸ। ਐਂਜੀਓਸਪਰਮਸ ਨੂੰ ਆਪਾਂ ਫੁੱਲਾਂ ਵਾਲੇ ਪੌਦੇ ਵੀ ਕਹਿੰਦੇ ਹਾਂ। ਇਹ ਵੀ ਗ੍ਰੀਕ ਸ਼ਬਦ ਨੂੰ ਜੋੜ ਕੇ ਬਣਿਆ ਹੈ ਜੋ ਨੇ ਐਂਜੀਓ ਤੇ ਸਪਰਮ। ਐਂਜੀਓ ਤੋਂ ਮਤਲਬ ਹੈ ਜੀ ਢਕਿਆ ਹੋਇਆ, ਕਵਰਡ, ਤੇ ਸਪਰਮ ਤੋਂ ਮਤਲਬ ਹੈ ਜੀ ਬੀਜ। ਤਾਂ ਐਂਜੀਓਸਪਰਮ ਦਾ ਮਤਲਬ ਹੋਇਆ ਜਿਸ ਵਿੱਚ ਬੀਜ ਢਕੇ ਹੋਏ ਹੋਣ। ਐਂਜੀਓਸਪਰਮ ਦੇ ਵਿੱਚ ਜੋ ਬੀਜ ਹੁੰਦੇ ਉਹ ਓਵਰੀ ਦੇ ਵਿੱਚ ਕਵਰਡ ਮਿਲਦੇ ਨੇ। ਇਸ ਨੂੰ ਅੱਗੇ ਆਪਾਂ ਬੱਚੇ ਦੋ ਡਿਫਰੈਂਟ ਕੈਟਾਗਰੀਜ਼ ਵਿੱਚ ਡਿਵਾਈਡ ਕਰ ਦਿੰਦੇ ਹਾਂ ਜੋ ਨੇ ਇੱਕ ਬੀਜ ਪੱਤਰੀ ਤੇ ਦੋ ਬੀਜ ਪੱਤਰੀ। ਇਸ ਦਾ ਆਧਾਰ ਹੈ ਆਪਣੇ ਕੋਲ ਕਿ ਜੋ ਬੀਜ ਪੱਤਰ ਹੁੰਦਾ ਹੈ ਉਸਨੂੰ ਆਪਾਂ ਕਿੰਨੇ ਕੋਟਿਲੇਡਨਸ ਨੇ ਜੋ ਕਿੰਨੇ ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਅਗਰ ਤੋਂ ਇੱਕ ਸਿੰਗਲ ਕੋਟਿਲੇਡਨ ਹੈ ਤਾਂ ਆਪਾਂ ਕਵਾਂਗੇ ਉਹ ਇੱਕ ਬੀਜ ਪੱਤਰੀ ਹੈ। ਅਗਰ ਦੋ ਕੋਟਿਲੇਡਨ ਹੈ ਤਾਂ ਆਪਾਂ ਕਵਾਂਗੇ ਉਹ ਦੋ ਬੀਜ ਪੱਤਰੀ ਹੈ। ਤਾਂ ਜਿੰਨੇ ਵੀ ਆਪਣੇ ਕੋਲ ਪਲਾਂਟਸ ਹੁੰਦੇ ਨੇ ਉਹਨਾਂ ਵਿੱਚ ਸਭ ਤੋਂ ਐਡਵਾਂਸ ਸਟੇਜ ਵਾਲੇ ਜੋ ਪਲਾਂਟਸ ਨੇ, ਸਭ ਤੋਂ ਜ਼ਿਆਦਾ ਡਿਵੈਲਪਡ ਪਲਾਂਟਸ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਉਹ ਐਂਜੀਓਸਪਰਮਸ ਹੁੰਦੇ ਨੇ। ਐਂਜੀਓਸਪਰਮਸ ਦੀਆਂ ਐਗਜ਼ਾਮਪਲਸ ਆਪਣੇ ਕੋਲ ਆ ਜਾਂਦੀਆਂ ਨੇ ਰੋਜ਼, ਵੀਟ, ਚਾਈਨਾ ਰੋਜ਼, ਐਪਲ। ਇਸ ਤਰ੍ਹਾਂ ਇਹ ਸਾਰੇ ਜੋ ਪਲਾਂਟਸ ਨੇ ਇਹ ਐਂਜੀਓਸਪਰਮ ਵਿੱਚ ਆਉਂਦੇ ਨੇ। ਤਾਂ ਇੱਕ ਫਲੋ ਚਾਰਟ ਨਾਲ ਆਪਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪੌਦੇ ਜਗਤ ਦੇ ਜੋ ਆਪਣੇ ਕੋਲੇ ਪਲਾਂਟਸ ਨੇ ਉਹਨੂੰ ਆਪਾਂ ਕਿਵੇਂ ਅੱਗੇ ਕੈਟੇਗਰੀਜ਼ ਵਿੱਚ ਵੰਡਦੇ ਹਾਂ। ਤਾਂ ਪਹਿਲਾਂ ਆਪਾਂ ਆਧਾਰ ਲੈਂਦੇ ਹਾਂ ਜੀ ਕਿ ਉਹਨਾਂ ਦਾ ਜੋ ਸਰੀਰ ਹੈ ਉਹ ਕਿਵੇਂ ਡਿਫਰੈਂਸ਼ੀਏਟਡ ਕੀਤਾ ਜਾ ਸਕਦਾ ਹੈ ਜਾਂ ਨਹੀਂ। ਅਗਰ ਤਾਂ ਉਹ ਨਹੀਂ ਵਿਭੇਜਿਤ ਕੀਤਾ ਜਾ ਸਕਦਾ, ਉਹ ਡਿਫਰੈਂਸ਼ੀਏਟ ਨਹੀਂ ਕੀਤਾ ਜਾ ਸਕਦਾ ਤਾਂ ਉਹ ਹੋ ਜਾਣਗੇ ਜੀ ਆਪਣੇ ਕੋਲੇ ਥੈਲੋਫਾਈਟਾ ਦੇ ਵਿੱਚ ਥੈਲੋਫਾਈਟਾ। ਅਗਰ ਉਹ ਡਿਫਰੈਂਸ਼ੀਏਟ ਕੀਤਾ ਜਾ ਸਕਦਾ ਹੈ ਤਾਂ ਉਸ ਵਿੱਚ ਆਪਾਂ ਅੱਗੇ ਦੋ ਲੈਂਦੇ ਹਾਂ ਕਿ ਕੀ ਉਸ ਵਿੱਚ ਵਿਸ਼ੇਸ਼ ਵਹਿਣੀ ਟਿਸ਼ੂ ਮੌਜੂਦ ਹਨ, ਕੀ ਉਸ ਵਿੱਚ ਜ਼ਾਈਲਮ ਫਲੋਏਮ ਮੌਜੂਦ ਹਨ ਕਿ ਨਹੀਂ ਮੌਜੂਦ। ਅਗਰ ਤਾਂ ਉਸ ਵਿੱਚ ਨਹੀਂ ਮੌਜੂਦ ਤਾਂ ਉਸਨੂੰ ਆਪਾਂ ਕਵਾਂਗੇ ਕਿ ਇਹ ਬ੍ਰਾਇਓਫਾਈਟਾ ਹੈ। ਅਗਰ ਵਹਿਣੀ ਟਿਸ਼ੂ ਮੌਜੂਦ ਨੇ ਤਾਂ ਉਸ ਵਿੱਚ ਅੱਗੇ ਆਪਾਂ ਅਗਲੀ ਕੈਟੇਗਰੀ ਦੇਖ ਰਹੇ ਹਾਂ ਕਿ ਕੀ ਉਹ ਪੌਦਾ ਬੀਜ ਪੈਦਾ ਕਰ ਸਕਦਾ ਹੈ ਜਾਂ ਨਹੀਂ। ਅਗਰ ਬੀਜ ਪੈਦਾ ਨਹੀਂ ਕਰਦੇ ਤਾਂ ਉਹ ਟੈਰੀਡੋਫਾਈਟਾ ਦੇ ਮੈਂਬਰ ਹੁੰਦੇ ਨੇ। ਅਗਰ ਬੀਜ ਪੈਦਾ ਕਰਦੇ ਨੇ ਤਾਂ ਉਸਨੂੰ ਆਪਾਂ ਅਗਲੀ ਕੈਟੇਗਰੀ 'ਚ ਲੈ ਕੇ ਚੱਲਦੇ ਹਾਂ ਕਿ ਉਹ ਬੀਜ ਢਕੇ ਹੋਏ ਨੇ ਜਾਂ ਅਣਢਕੇ। ਜੇਕਰ ਤਾਂ ਅਣਢਕੇ ਬੀਜਾਂ ਵਾਲੇ ਫਲਾਂ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਉਹ ਰਾਜੇ ਜਿਮਨੋਸਪਰਮ ਹੋਵੇਗਾ। ਉਹ ਹੋਏਗਾ ਜਿਮਨੋਸਪਰਮ। ਜਿਮਨੋਸਪਰਮ ਵਿੱਚ ਅਣਢਕੇ ਬੀਜ ਆਉਂਦੇ ਨੇ ਤੇ ਜੇਕਰ ਉਹ ਬੀਜ ਢਕੇ ਹੋਏ ਨੇ ਤਾਂ ਉਸਨੂੰ ਆਪਾਂ ਕਵਾਂਗੇ ਕਿ ਇਹ ਐਂਜੀਓਸਪਰਮ ਹੈ। ਐਂਜੀਓਸਪਰਮ ਵਿੱਚ ਬੀਜ ਢਕੇ ਹੋਏ ਹੁੰਦੇ ਹਨ। ਜਿਵੇਂ ਆਪਾਂ ਗੱਲ ਕੀਤੀ ਐਂਜੀਓਸਪਰਮ ਨੂੰ ਅੱਗੇ ਆਪਾਂ ਦੋ ਹਿੱਸਿਆਂ 'ਚ ਵੰਡਿਆ ਸੀ, ਇੱਕ ਬੀਜ ਪੱਤਰੀ ਤੇ ਦੋ ਬੀਜ ਪੱਤਰੀ। ਇੱਕ ਬੀਜ ਪੱਤਰੀ ਤੋਂ ਭਾਵ ਹੈ ਜਿਸ ਵਿੱਚ ਇੱਕ ਕੋਟਿਲੇਡਨ ਹੋਵੇ, ਉਸ ਨੂੰ ਆਪਾਂ ਕਵਾਂਗੇ ਜੀ ਮੋਨੋਕੌਟ। ਮੋਨੋ ਸ਼ਬਦ ਦਾ ਭਾਵ ਹੁੰਦਾ ਹੈ ਸਿੰਗਲ, ਵਨ, ਤੇ ਕੌਟ ਹੈਗਾ ਜੀ ਕੋਟਿਲਿਡਨ। ਤਾਂ ਵਨ ਕੋਟਿਲਿਡਨ, ਸਿੰਗਲ ਕੋਟਿਲਿਡਨ ਵਾਲੇ ਨੂੰ ਆਪਾਂ ਕਵਾਂਗੇ ਇੱਕ ਬੀਜ ਪੱਤਰੀ। ਤੇ ਜਿਸ ਵਿੱਚ ਦੋ ਬੀਜ ਪੱਤਰ ਹੋਣ, ਦੋ ਕੋਟਿਲਿਡਨਸ ਹੋਣ, ਉਸਨੂੰ ਆਪਾਂ ਕਵਾਂਗੇ ਡਾਈਕੌਟ। ਤੇ ਡਾਈ ਸ਼ਬਦ ਦਾ ਭਾਵ ਹੁੰਦਾ ਹੈ ਟੂ ਤੇ ਕੌਟ ਸ਼ਬਦ ਦਾ ਭਾਵ ਕੋਟਿਲਿਡਨ। The one with two cotyledons is called dicot. The one with one single cotyledon is known as a monocot. ਇਹ ਮੋਨੋਕੌਟ ਤੇ ਡਾਈਕੌਟ ਨੂੰ ਆਪਾਂ ਦੇਖ ਕੇ ਹੀ ਪਛਾਣ ਸਕਦੇ ਹਾਂ।
ਅਗਰ ਮੈਂ ਤੁਹਾਡੇ ਅੱਗੇ ਇੱਕ ਪੌਦਾ ਰੱਖਾਂ ਤਾਂ ਤੁਸੀਂ ਉਸ ਦੇ ਫੀਚਰਸ ਦੇਖ ਕੇ ਦੱਸ ਸਕਦੇ ਹੋ ਮੈਨੂੰ ਕਿ ਉਹ ਡਾਇਕॉट ਹੈ ਜਾਂ ਮੋਨੋਕॉट। ਆਓ ਇਸ ਨੂੰ ਇੱਕ ਐਕਟੀਵਿਟੀ ਦੇ ਰਾਹੀਂ ਹੋਰ ਚੰਗੀ ਤਰ੍ਹਾਂ ਸਮਝਦੇ ਹਾਂ। ਹਾਂਜੀ ਪਿਆਰੇ ਵਿਦਿਆਰਥੀਓ, ਤਾਂ ਆਪਾਂ ਹੁਣ ਤੱਕ ਗੱਲ ਕੀਤੀ ਸੀ ਕਿ ਐਂਜੀਓਸਪਰਮਸ ਨੂੰ ਦੋ ਕੈਟਾਗਰੀਜ਼ ਦੇ ਵਿੱਚ ਵੰਡਿਆ ਗਿਆ ਹੈ, ਜੋ ਹਨ ਇੱਕ ਬੀਜਪੱਤਰੀ ਅਤੇ ਦੋ ਬੀਜਪੱਤਰੀ, ਮੋਨੋਕॉट्स ਅਤੇ ਡਾਇਕॉट्स। ਇਹ ਜੋ ਵੰਡ ਹੈ ਇਸ ਦੇ ਬੀਜ ਪੱਤਰ ਦੇ ਆਧਾਰ ਤੇ ਕੀਤੀ ਗਈ ਹੈ। ਤਾਂ ਹੁਣ ਆਪਾਂ ਇੱਕ ਐਕਟੀਵਿਟੀ ਦੇ ਰਾਹੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਆਪਾਂ ਇੱਕ ਪੌਦੇ ਨੂੰ ਦੇਖ ਕੇ ਹੀ ਪਹਿਚਾਨ ਕਰ ਸਕਦੇ ਹਾਂ ਕਿ ਕੀ ਉਹ ਪੌਦਾ ਇੱਕ ਬੀਜਪੱਤਰੀ ਹੈ ਜਾਂ ਦੋ ਬੀਜਪੱਤਰੀ। ਤਾਂ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਸੀਡਸ, ਕਿ ਕਿਸ ਤਰ੍ਹਾਂ ਆਪਾਂ ਸੀਡਸ ਨੂੰ ਦੇਖ ਕੇ ਹੀ ਪਹਿਚਾਨ ਕਰ ਸਕਦੇ ਹਾਂ ਕਿ ਉਹ ਕਿਸ ਤਰ੍ਹਾਂ ਦਾ ਪੌਦਾ ਹੈ। ਤਾਂ ਬੱਚੋ ਇੱਕ ਬੀਜਪੱਤਰੀ ਲਈ ਆਪਾਂ ਇੱਕ ਐਗਜ਼ਾਮਪਲ ਲਈ ਹੈ ਚਾਵਲ ਦੀ। ਜਿਸ ਤਰ੍ਹਾਂ ਚਾਵਲ ਦੇ ਵਿੱਚ ਕੇਵਲ ਇੱਕ ਹੀ ਬੀਜ ਪੱਤਰ ਮੌਜੂਦ ਹੁੰਦਾ ਹੈ, ਇਸ ਲਈ ਇਹ ਇੱਕ ਬੀਜ ਪੱਤਰੀ ਯਾਨੀ ਕਿ ਮੋਨੋਕॉट ਹੈ। ਇਸ ਤੋਂ ਇਲਾਵਾ ਤੁਸੀਂ ਮੋਨੋਕॉट ਦੇ ਵਿੱਚ ਐਗਜ਼ਾਮਪਲ ਲੈ ਸਕਦੇ ਹੋ ਕਣਕ ਦੀ ਜਾਂ ਮੱਕੀ ਦੀ। ਇਹਨਾਂ ਵਿੱਚ ਵੀ ਕੇਵਲ ਇੱਕ ਹੀ ਬੀਜ ਪੱਤਰ ਮੌਜੂਦ ਹੁੰਦਾ ਹੈ। ਗੱਲ ਕਰੀਏ ਡਾਇਕॉट ਦੀ, ਤਾਂ ਡਾਇਕॉट ਵਿੱਚ ਆਪਾਂ ਉਦਾਹਰਨ ਲੈਂਦੇ ਹਾਂ ਜੀ ਮੂੰਗਫਲੀ ਦੀ, ਜਾਂ ਫਿਰ ਤੁਸੀਂ ਐਗਜ਼ਾਮਪਲ ਲੈ ਸਕਦੇ ਹੋ ਇੱਥੇ ਚਨੇ ਦੀ। ਚਨੇ ਅਤੇ ਮੂੰਗਫਲੀ ਦੇ ਵਿੱਚ ਆਪਣੇ ਕੋਲ ਦੋ ਬੀਜ ਪੱਤਰ ਮੌਜੂਦ ਹੁੰਦੇ ਹਨ। ਤੁਸੀਂ ਇਸ ਨੂੰ ਜਦੋਂ ਤੋੜ ਕੇ ਦੇਖਦੇ ਹੋ ਤਾਂ ਇਸ ਨੂੰ ਤੁਸੀਂ ਦੋ ਬੀਜ ਪੱਤਰਾਂ ਵਿੱਚ ਵੰਡ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਮਟਰਾਂ ਦੀ ਐਗਜ਼ਾਮਪਲ ਲੈ ਸਕਦੇ ਹੋ, ਜਾਂ ਫਿਰ ਤੁਸੀਂ ਰਾਜਮਾ ਦੀ ਵੀ ਐਗਜ਼ਾਮਪਲ ਲੈ ਸਕਦੇ ਹੋ। ਇਸ ਨੂੰ ਵੀ ਤੁਸੀਂ ਦੋ ਬੀਜ ਪੱਤਰਾਂ ਵਿੱਚ ਆਸਾਨੀ ਨਾਲ ਡਿਵਾਈਡ ਕਰ ਸਕਦੇ ਹੋ, ਤੋੜ ਕੇ ਦੇਖ ਸਕਦੇ ਹੋ। ਅੱਗੇ ਵਧਦੇ ਹੋਏ ਆਪਾਂ ਗੱਲ ਕਰਾਂਗੇ ਜੀ ਰੂਟਸ ਦੀ, ਕਿ ਕਿਸ ਤਰ੍ਹਾਂ ਰੂਟਸ ਨੂੰ ਦੇਖ ਕੇ ਇਹ ਪਹਿਚਾਨ ਕੀਤੀ ਜਾ ਸਕਦੀ ਹੈ। ਤੇ ਪਿਆਰੇ ਬੱਚਿਓ, ਮੋਨੋਕॉट्स ਦੇ ਜੋ ਰੂਟਸ ਹੁੰਦੇ ਹਨ ਉਹ ਰੇਸ਼ੇਦਾਰ ਹੁੰਦੇ ਹਨ, ਉਹ ਫਾਈਬਰਸ ਹੁੰਦੇ ਹਨ। ਫਾਈਬਰਸ ਰੂਟਸ ਜੋ ਹੁੰਦੇ ਹਨ ਉਹ ਸਟੈਮ ਚੋਂ ਇਕੱਠੇ ਹੀ ਸਾਰੇ ਰੂਟਸ ਬਾਹਰ ਨਿਕਲਦੇ ਹਨ। ਕੁਝ ਇਸ ਤਰ੍ਹਾਂ ਜੋ ਰੂਟਸ ਆਪਣੇ ਕੋਲ ਇੱਥੇ ਮੌਜੂਦ ਹਨ ਉਹ ਸਾਰੇ ਰੂਟਸ ਇਕੱਠੇ ਹੀ ਸਟੈਮ ਚੋਂ ਬਾਹਰ ਆ ਰਹੇ ਹਨ। ਤਾਂ ਇਸ ਤਰ੍ਹਾਂ ਦੇ ਰੂਟ ਸਿਸਟਮ ਨੂੰ, ਇਸ ਤਰ੍ਹਾਂ ਦੀ ਜੜ ਪ੍ਰਣਾਲੀ ਨੂੰ ਆਪਾਂ ਕਵਾਂਗੇ ਫਾਈਬਰਸ ਰੂਟਸ ਜਾਂ ਫਿਰ ਰੇਸ਼ੇਦਾਰ ਰੂਟਸ। ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਡਾਇਕॉट्स ਦੀ। ਤਾਂ ਬੱਚਿਓ ਡਾਇਕॉट्स ਵਿੱਚ ਜੋ ਰੂਟਸ ਮੌਜੂਦ ਹੁੰਦੇ ਹਨ ਉਹ ਮੂਸਲਧਾਰ ਹੁੰਦੇ ਹਨ, ਜਾਂ ਮੂਸਲ ਜਿਹੜਾ ਆਪਾਂ ਇਹਨਾਂ ਨੂੰ ਕਹਿੰਦੇ ਹਾਂ, ਔਰ ਵੀ ਕੈਨ ਸੇ ਟੈਪ ਰੂਟਸ। ਤਾਂ ਟੈਪ ਰੂਟਸ ਬੱਚਿਓ ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ। ਇਸ ਵਿੱਚ ਆਪਣੇ ਕੋਲ ਇੱਕ ਮੇਨ ਰੂਟ ਹੈ, ਇੱਕ ਮੇਨ ਜੜ ਹੈ। ਇਸ ਵਿੱਚ ਅੱਗੇ ਛੋਟੀਆਂ ਜੜਾਂ ਨਿਕਲ ਰਹੀਆਂ ਹਨ, ਜਿਵੇਂ ਤੁਸੀਂ ਦੇਖ ਸਕਦੇ ਹੋ। ਇਸ ਜੜ ਚੋਂ ਵੀ ਅੱਗੇ ਇੱਕ ਛੋਟੀ ਜੜ ਨਿਕਲ ਰਹੀ ਹੈ। ਤਾਂ ਇਸ ਵਿੱਚ ਆਪਣੇ ਕੋਲ ਇੱਕ ਮੇਨ ਰੂਟ ਹੈ, ਪ੍ਰਾਇਮਰੀ ਰੂਟ ਹੈ, ਉਸ ਤੋਂ ਨਿਕਲਦੀ ਆਪਣੇ ਕੋਲ ਸੈਕੰਡਰੀ ਰੂਟ, ਉਸ ਵਿੱਚੋਂ ਆਪਣੇ ਕੋਲ ਨਿਕਲਦੀਆਂ ਨੇ ਛੋਟੀਆਂ-ਛੋਟੀਆਂ ਟਰਸ਼ਰੀ ਰੂਟਸ। ਤਰ੍ਹਾਂ ਇਸ ਤਰ੍ਹਾਂ ਦੇ ਰੂਟ ਸਿਸਟਮ ਵਿੱਚ ਆਪਾਂ ਕਵਾਂਗੇ ਕਿ ਇਹ ਮੂਸਲ ਜੜ ਹੈ, ਟੈਪ ਰੂਟ ਹੈ। ਇਹ ਆਪਾਂ ਨੂੰ ਡਾਇਕॉट्स ਵਿੱਚ ਦੇਖਣ ਨੂੰ ਮਿਲਦੀ ਹੈ। ਤਾਂ ਜਿਸ ਪੌਦੇ ਵਿੱਚ ਮੂਸਲ ਜੜ ਹੋਵੇਗੀ ਆਪਾਂ ਕਹਿ ਸਕਦੇ ਹਾਂ ਕਿ ਇਹ ਪੌਦਾ ਇੱਕ ਡਾਇਕॉट ਹੈ। ਅੱਗੇ ਆਪਾਂ ਗੱਲ ਕਰਾਂਗੇ ਬੱਚਿਓ ਲੀਵਸ ਦੀ, ਕਿ ਕਿਸ ਤਰ੍ਹਾਂ ਲੀਵਸ ਨੂੰ ਦੇਖ ਕੇ ਤੁਸੀਂ ਪਹਿਚਾਨ ਕਰ ਸਕਦੇ ਹੋ। ਤਾਂ ਜੇ ਗੱਲ ਕਰਦੇ ਮੋਨੋਕॉट्स ਦੀ, ਤਾਂ ਮੋਨੋਕॉट्स ਦੇ ਵਿੱਚ ਜੋ ਲੀਵਸ ਹੁੰਦੇ ਹਨ ਉਹਨਾਂ ਵਿੱਚ ਆਪਾਂ ਨੂੰ ਸਿਰਾ ਤਰਤੀਬ ਦੇਖਣ ਨੂੰ ਮਿਲਦੀ ਹੈ, ਜੋ ਪੈਰਲਲ ਵੈਨੇਸ਼ਨ ਦੇਖਣ ਨੂੰ ਮਿਲਦੀ ਹੈ। ਪੈਰਲਲ ਵੈਨੇਸ਼ਨ ਕਿਸ ਤਰ੍ਹਾਂ ਦੀ ਹੁੰਦੀ ਹੈ? ਅਗਰ ਤੁਸੀਂ ਇਸ ਲੀਵ ਨੂੰ ਦੇਖੋ ਤਾਂ ਇਸ ਲੀਵ ਦੇ ਵਿੱਚ ਤੁਹਾਨੂੰ ਸਿੱਧੀਆਂ ਲਾਈਨਸ ਇਸ ਤਰ੍ਹਾਂ ਦਿਖਾਈ ਦੇਣਗੀਆਂ। ਇਸ ਤਰ੍ਹਾਂ ਦੀ ਵੈਨੇਸ਼ਨ ਨੂੰ ਆਪਾਂ ਕਹਿੰਦੇ ਆ ਬੱਚਿਓ ਪੈਰਲਲ ਵੈਨੇਸ਼ਨ ਜਾਂ ਫਿਰ ਸਿਰਾ ਤਰਤੀਬ। ਜਦਕਿ ਅਗਰ ਆਪਾਂ ਗੱਲ ਕਰਦੇ ਹਾਂ ਡਾਇਕॉट्स ਵਿੱਚ, ਤਾਂ ਡਾਇਕॉट्स ਵਿੱਚ ਆਪਾਂ ਨੂੰ ਇਸ ਤਰ੍ਹਾਂ ਦੀ ਵੈਨੇਸ਼ਨ ਦੇਖਣ ਨੂੰ ਮਿਲਦੀ ਹੈ। ਇਸ ਤਰਤੀਬ ਨੂੰ ਆਪਾਂ ਕਹਿੰਦੇ ਹਾਂ ਬੱਚਿਓ ਜਾਲੀਦਾਰ ਤਰਤੀਬ। ਇਹ ਜਾਲੀਦਾਰ ਤਰਤੀਬ ਹੈ, ਇਹ ਰੈਟੀਕੂਲੇਟ ਵੈਨੇਸ਼ਨ ਹੈ। ਇਸ ਵਿੱਚ ਆਪਾਂ ਨੂੰ ਇੱਕ ਜਾਲੀਨੁਮਾ ਸਟਰਕਚਰ ਦਿਖਾਈ ਦਿੰਦਾ ਹੈ। ਤੇ ਜੇ ਆਪਾਂ ਹੋਰ ਉਦਾਹਰਨਾਂ ਲਈਏ ਤਾਂ ਬੱਚਿਓ ਮੋਨੋਕॉट ਲੀਵਸ ਦੀ ਐਗਜ਼ਾਮਪਲ ਤੁਹਾਨੂੰ ਹੋਰ ਦੇਖਣ ਨੂੰ ਮਿਲ ਸਕਦੀ ਹੈ ਚਾਵਲ ਦੇ ਵਿੱਚ। ਚਾਵਲ ਵਿੱਚ ਤੁਹਾਨੂੰ ਸਿਰਾ ਤਰਤੀਬ ਦੇਖਣ ਨੂੰ ਮਿਲੇਗੀ, ਜਾਂ ਫਿਰ ਤੁਸੀਂ ਕੇਲੇ ਦੇ ਪੱਤਿਆਂ ਦੀ ਵੀ ਗੱਲ ਕਰ ਸਕਦੇ ਹੋ। ਕੇਲੇ ਦੇ ਪੱਤਿਆਂ ਦੇ ਵਿੱਚ ਵੀ ਸਿਰਾ ਤਰਤੀਬ ਹੀ ਦੇਖਣ ਨੂੰ ਮਿਲਦੀ ਹੈ। ਜਾਲੀਦਾਰ ਤਰਤੀਬ ਤੁਹਾਨੂੰ ਸੂਰਜਮੁਖੀ, ਅੰਬ, ਇਸ ਤਰ੍ਹਾਂ ਦੇ ਪੌਦਿਆਂ 'ਚ ਦੇਖਣ ਨੂੰ ਆਰਾਮ ਨਾਲ ਮਿਲ ਸਕਦੀ ਹੈ। ਲਾਸਟ ਤੇ ਆਪਾਂ ਬੱਚਿਓ ਗੱਲ ਕਰਾਂਗੇ ਫਲਾਵਰਸ ਦੀ, ਕਿ ਕਿਸ ਤਰ੍ਹਾਂ ਫਲਾਵਰਸ ਨੂੰ ਦੇਖ ਕੇ ਆਪਾਂ ਇਹ ਪਹਿਚਾਨ ਕਰ ਸਕਦੇ ਹਾਂ। ਤਾਂ ਬੱਚਿਓ ਮੋਨੋਕॉट्स ਦੇ ਜੋ ਫਲਾਵਰਸ ਹੋਣਗੇ
ਉਸ ਵਿੱਚ 3 ਜਾਂ 3 ਦੇ ਗੁਣਜ ਪੈਟਲਸ ਹੋਣਗੇ, ਯਾਨੀ ਕਿ 3 ਜਾਂ 3 ਦੇ ਗੁਣਜ ਆਪਣੇ ਕੋਲੇ ਰੰਗਦਾਰ ਪੱਤੀਆਂ ਹੋਣਗੀਆਂ। 3 ਦੇ ਗੁਣਜ ਤੋਂ ਇੱਥੇ ਭਾਵ ਹੈ ਕਿ ਜੋ 3 ਦੇ ਟੇਬਲ ਤੇ ਆਉਂਦੇ ਹਨ, ਜਿਸ ਤਰ੍ਹਾਂ 3 ਹੋ ਸਕਦੇ ਹੈ 6 ਜਾਂ 9। ਗੱਲ ਕਰਦੇ ਹਾਂ ਫਲਾਵਰਸ ਦੀ ਇਨ ਡਾਈਕੋਟਸ। ਇਸ ਵਿੱਚ ਆਪਣੇ ਕੋਲ 4 ਜਾਂ 5 ਪੱਤੀਆਂ ਵਾਲੇ ਫੁੱਲ ਦੇਖਣ ਨੂੰ ਮਿਲਦੇ ਹਨ। ਜਿਵੇਂ ਇਸ ਫੁੱਲ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ 5 ਪੈਟਲਸ ਨੇ, ਯਾਨੀ ਕਿ ਇਹ ਇੱਕ ਡਾਈਕੋਟ ਹੈ। ਹੁਣ ਕੁਝ ਉਦਾਹਰਨਾਂ ਹੋਰ ਲੈਂਦੇ ਹਾਂ ਬੱਚਿਓ। ਇੱਕ ਬੀਜ ਪੱਤਰੀ ਦੀ ਆਪਾਂ ਉਦਾਹਰਣ ਲਈਏ ਤਾਂ ਆਪਣੇ ਕੋਲ ਕੀ ਕੁਝ ਆ ਜਾਂਦਾ ਹੈ। ਆਪਣੇ ਕੋਲ ਇੱਕ ਬੀਜ ਪੱਤਰੀ ਵਿੱਚ ਕਣਕ, ਚਾਵਲ, ਐਲੋਵੇਰਾ, ਕੇਲਾ, ਕਾਮਨ ਗ੍ਰਾਸਸ ਜੋ ਆਮ ਤੌਰ ਤੇ ਆਪਾਂ ਘਾਹ ਦੇਖਦੇ ਹਾਂ, ਉਹ ਮੱਕੀ ਅਤੇ ਗੰਨਾ, ਇਹ ਸਭ ਇੱਕ ਬੀਜ ਪੱਤਰੀ ਹਨ। 2 ਬੀਜ ਪੱਤਰੀ ਵਿੱਚ ਬੱਚਿਓ ਆਪਣੇ ਕੋਲ ਆ ਜਾਂਦੇ ਹਨ ਸੂਰਜਮੁਖੀ, ਸੇਬ, ਨੀਮ, ਅੰਬ, ਮਟਰ, ਮੂੰਗਫਲੀ ਆਦਿ। ਤਾਂ ਬੱਚਿਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਕਲਾਸ ਸਮਝ ਆਈ ਹੋਵੇਗੀ ਤੇ ਤੁਸੀਂ ਹੋਮਵਰਕ ਵਜੋਂ ਆਪਣੇ ਆਸ-ਪਾਸ ਮੌਜੂਦ ਪੇੜ ਪੌਦਿਆਂ ਨੂੰ ਨਿਗਾਹ ਮਾਰੋਗੇ ਅਤੇ ਜਾਣਨ ਦੀ ਕੋਸ਼ਿਸ਼ ਕਰੋਗੇ ਕਿ ਉਹਨਾਂ ਵਿੱਚੋਂ ਕਿਹੜੇ ਇੱਕ ਬੀਜ ਪੱਤਰੀ ਹਨ ਅਤੇ ਕਿਹੜੇ 2 ਬੀਜ ਪੱਤਰੀ। That is all for today. Thank you so much.